ਸਤਨਾਮ ਸ੍ਰੀ ਵਾਹਿਗੁਰੂ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। कोट पराध हमारे खंडो अनेक विधि समझावो। हम ज्ञान अलप मत थोड़ी तुम आपन बिरद रखावो। तुमरी शरण तुम्हारी आशा तुम ही सजन सुहेले। राखो राखण हार दयाला नानक करके गोले। जी राखो राखण हार दयाला नानक करके गोले। वाहिगुरु जी का खालसा वाहिगुरु जी की फतेह। गोबिंद हम ऐसे अपराधी जिन प्रभ जियो पिंड था दिया। तिसकी पाओ भगत नहीं साधी। गोबिंद हम ऐसे अपराधी। साध संगत जीओ, ਤੁਸੀਂ ਸੰਸਾਰ ਵਿੱਚ ਵੇਖਿਆ ਹੋਵੇਗਾ ਬਹੁਤ ਸਰੀਰ ਜੇਲ੍ਹਾਂ ਦੇ ਵਿੱਚ ਬੰਦ ਹੁੰਦੇ ਹਨ ਔਰ ਉਹਨਾਂ ਨੇ ਕੋਈ ਨਾ ਕੋਈ ਜ਼ੁਲਮ ਕ੍ਰਾਈਮ ਕੀਤਾ ਹੁੰਦਾ ਹੈ ਤੇ ਕਿਸੇ ਨਾ ਕਿਸੇ ਰੂਪ ਵਿੱਚ ਭਾਵੇਂ ਕਿਸੇ ਨੇ ਚੋਰੀ ਕੀਤੀ ਹੋਈ ਹੈ, ਕਿਸੇ ਨੇ ਠੱਗੀ ਮਾਰੀ ਹੈ, ਕਿਸੇ ਨੇ ਬਲਾਤਕਾਰ ਕੀਤਾ ਹੈ, ਕਿਸੇ ਨੇ ਮਰਡਰ ਕੀਤਾ ਹੈ, ਕਿਸੇ ਨੇ ਧੋਖਾ ਕੀਤਾ ਹੋਇਆ ਹੈ। ਕੋਈ ਨਾ ਕੋਈ ਜ਼ੁਲਮ ਕਰਕੇ ਬੰਦਾ ਜੇਲ੍ਹਾਂ ਵਿੱਚ ਬੰਦ ਪਿਆ ਹੈ ਔਰ ਉਹਨਾਂ ਨੂੰ ਅਪਰਾਧੀ ਗੁਨਾਹਗਾਰ ਕਿਹਾ ਜਾਂਦਾ ਹੈ। ਪਰ ਇਸ ਦੁਨੀਆ ਦੇ ਵਿੱਚ ਕਈ ਐਸੇ ਵੀ ਨੇ ਜਿਹੜੇ ਜ਼ੁਲਮ ਨਹੀਂ ਵੀ ਕੀਤਾ, ਉਹ ਸਜ਼ਾ ਭੁਗਤ ਰਹੇ ਨੇ। ਪਰ ਕਈ ਐਸੇ ਵੀ ਨੇ ਜਿਨ੍ਹਾਂ ਨੇ ਮਾਇਆ ਦੇ ਕੇ, ਰਿਸ਼ਵਤ ਦੇ ਕੇ, ਸਿਫਾਰਿਸ਼ ਲਾ ਕੇ ਆਪਣੇ ਜ਼ੁਲਮ ਨੂੰ, ਝੂਠ ਨੂੰ ਸੱਚ ਨੂੰ ਝੂਠ ਬਣਾ ਦਿੱਤਾ ਤੇ ਝੂਠ ਨੂੰ ਸੱਚ ਬਣਾ ਦਿੱਤਾ। ਤੁਸੀਂ ਅਕਸਰ ਦੇਖਦੇ ਹੋ, ਸੁਣਦੇ ਹੋ, ਜੱਜ ਵਕੀਲ ਵੀ ਵਿਕ ਜਾਂਦੇ ਨੇ। ਪਰ ਧਾਰਮਿਕ ਦੁਨੀਆ ਵਿੱਚ ਐਸਾ ਨਹੀਂ ਹੈ। ਇੱਥੇ ਤੇ ਕਿਸੇ ਨੇ ਮਰਡਰ ਕੀਤਾ ਹੈ, ਉਹਨੂੰ 2 ਮਹੀਨੇ ਦੀ, ਸਾਲ ਦੀ, 10 ਸਾਲ ਦੀ ਉਮਰ ਕੈਦ ਦੀ ਸਜ਼ਾ ਹੁੰਦੀ ਹੈ। ਪਰ ਮੈਂ ਗੁਰੂ ਸਾਹਿਬ ਕੋਲੋਂ ਪੁੱਛਿਆ, ਗੁਰੂ ਸਾਹਿਬ ਤੁਹਾਡੀ ਨਜ਼ਰਾਂ ਵਿੱਚ ਕੌਣ ਗੁਨਾਹਗਾਰ ਹੈ? ਕਿਸੇ ਨੇ ਕਿਹਾ ਮੈਂ ਤੇ ਕੋਈ ਗੁਨਾਹ ਨਹੀਂ ਕੀਤਾ, ਮੈਂ ਕਿਸੇ ਨਾਲ ਮਾੜਾ ਨਹੀਂ ਕੀਤਾ, ਮੈਂ ਕਦੀ ਚੋਰੀ ਨਹੀਂ ਕੀਤੀ ਤੇ ਮੈਂ ਕਾਹਦਾ ਗੁਨਾਹਗਾਰ ਹਾਂ। ਜਦੋਂ ਅਸੀਂ ਭਗਤ ਕਬੀਰ ਜੀ ਕੋਲੋਂ ਪੁੱਛੀਏ, ਕਬੀਰ ਸਾਹਿਬ ਤੁਸੀਂ ਦੱਸੋ ਕਿ ਪਰਮਾਤਮਾ ਦੇ ਘਰ ਅਪਰਾਧੀ ਕੌਣ ਹੈ? ਇੱਕ ਮਿੰਟ ਸਾਧ ਸੰਗਤ ਜੀ, ਅਸੀਂ ਪੁੱਛਿਆ, ਕਬੀਰ ਸਾਹਿਬ ਕਹਿੰਦੇ ਨੇ ਗੋਬਿੰਦ ਹਮ ਐਸੇ ਅਪਰਾਧੀ। ਗੋਬਿੰਦ, ਬਿੰਦ ਹੁੰਦਾ ਸਹਾਰਾ ਤੇ ਗੋ ਹੁੰਦੀ ਹੈ ਧਰਤੀ।
ਜਿਹੜਾ ਧਰਤੀ ਨੂੰ ਸਹਾਰਾ ਦੇਣ ਵਾਲਾ ਉਹ ਪਰਮਾਤਮਾ, ਅਸੀਂ ਉਹਦੇ ਅਪਰਾਧੀ ਹਾਂ। ਮੈਂ ਤਾਂ ਇਸ ਗੱਲ ਨੂੰ ਕਹਿ ਰਿਹਾ ਵਾਂ, ਕਈ ਵਾਰੀ ਬੰਦਾ ਨਾ ਬਾਣੀ ਨਹੀਂ ਪੜ੍ਹਦਾ, ਸਤ ਸੰਗਤ ਨਹੀਂ ਕਰਦਾ, ਤੇ ਉਹ ਆਪਣੇ ਆਪ ਨੂੰ ਕਹਿੰਦਾ ਮੈਂ ਕਿਹੜਾ ਮਾੜਾ ਕੰਮ ਕਰ ਰਿਹਾ ਵਾਂ। ਤੇ ਕਬੀਰ ਸਾਹਿਬ ਕਹਿੰਦੇ ਨੇ, ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜਿਉ ਪਿੰਡ ਥਾ ਦੀਆ। ਜਿਸ ਪ੍ਰਭੂ ਪਰਮਾਤਮਾ ਨੇ, ਜਿਉ ਹੁੰਦਾ ਜਿੰਦ, ਪ੍ਰਾਣ, ਤਾਂ ਹੀ ਪ੍ਰਾਣੀ ਕਿਹਾ, ਪ੍ਰਾਣ ਜਿਹਦੇ ਅੰਦਰ ਪ੍ਰਾਣ ਨੇ। ਹੁਣ ਤੁਹਾਡੇ ਅੰਦਰ ਇਸ ਟਾਈਮ ਪ੍ਰਾਣ ਨੇ, ਮੇਰੇ ਵਿੱਚ ਪ੍ਰਾਣ ਨੇ, ਅਸੀਂ ਪ੍ਰਾਣੀ ਹਾਂ। ਜਦੋਂ ਸਾਡੇ ਵਿੱਚੋਂ ਪ੍ਰਾਣ ਨਿਕਲ ਜਾਣੇ ਨੇ, ਉਸ ਵੇਲੇ ਅਸੀਂ ਮਿੱਟੀ ਦੀ ਢੇਰੀ ਹੋ ਜਾਣਾ, ਫਿਰ ਪ੍ਰਾਣੀ ਨਹੀਂ ਰਹਿਣਾ। ਤੋ ਕਬੀਰ ਸਾਹਿਬ ਕਹਿੰਦੇ ਨੇ, ਜਿਸ ਨੇ ਪਰਮਾਤਮਾ ਨੇ ਇਹ ਪ੍ਰਾਣ ਦਿੱਤੇ, ਪਿੰਡ ਸਰੀਰ ਦਿੱਤਾ, ਤਿਸ ਕੀ ਭਾਉ ਭਗਤ ਨਹੀਂ ਸਾਧੀ। ਜੇ ਉਹਦੀ ਅਸੀਂ ਭਗਤੀ ਨਹੀਂ ਕੀਤੀ, ਉਹਦੇ ਨਾਲ ਪਿਆਰ ਨਹੀਂ ਕੀਤਾ, ਤੇ ਸਮਝ ਲੈਣਾ ਅਸੀਂ ਰੱਬ ਦੇ ਘਰ ਦੇ ਅਪਰਾਧੀ ਹਾਂ। ਇੱਥੇ ਤੇ ਅਸੀਂ ਛੁੱਟ ਸਕਨੇ ਹਾਂ ਕਿਸੇ ਨਾ ਕਿਸੇ ਕਾਰਨ, ਸਿਫਾਰਿਸ਼ ਕਰਕੇ ਜਾਂ ਕਿਸੇ ਵੈਸੇ, ਪਰ ਪਰਮਾਤਮਾ ਦੇ ਘਰ ਦੇ ਵਿੱਚ ਅਸੀਂ ਛੁੱਟ ਨਹੀਂ ਸਕਦੇ। ਜੋ ਪ੍ਰਭੂ ਦਾ ਨਾਮ ਨਹੀਂ ਲੈਂਦੇ, ਉਹ ਫਿਰ ਗੁਰੂ ਘਰ ਦੇ ਵਿੱਚ ਉਹ ਅਪਰਾਧੀ ਗਿਣੇ ਜਾਂਦੇ ਹਨ। ਤੋ ਪਾਤਸ਼ਾਹ ਅੱਜ ਸਾਨੂੰ ਇਹ ਸੇਧ ਦੇ ਰਹੇ ਨੇ ਕਿ ਭਾਈ ਤੈਨੂੰ ਜਨਮ ਮਿਲਿਆ ਹੈ, ਇੱਥੇ ਤੇ ਪਰਮਾਤਮਾ ਨੇ ਉਹ ਖੇਡ ਕੀਤੀ ਹੈ ਕਿ ਨਾਨਕ ਜੀ ਉਪਾਏ ਕੇ ਲਿਖ ਨਾਵੇਂ ਧਰਮ ਬਹਾਲਿਆ। ਪਰਮਾਤਮਾ ਨੇ ਜੀਆਂ ਨੂੰ ਪੈਦਾ ਕਰਕੇ ਧਰਮ ਰਾਜ ਦੇ ਅੱਗੇ ਸੌਂਪ ਦਿੱਤਾ। ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵਖ ਕੱਢੇ ਜਜਮਾਲਿਆ। ਉਸ ਪਰਮਾਤਮਾ ਦੇ ਘਰ ਦੇ ਵਿੱਚ ਸੱਚ ਦਾ ਨਿਬੇੜਾ ਹੋਣਾ ਹੈ। ਖੋਟੇ ਖਰੇ ਪਰਖੀਅਨ ਸਾਹਿਬ ਕੇ ਦੀਵਾਨ। ਸਾਡੇ ਕਹਿਣ ਨਾਲ ਕੁਛ ਨਹੀਂ, ਮੈਂ ਚੰਗਾ ਵਾਂ ਜਾਂ ਤੁਸੀਂ ਚੰਗੇ ਹੋ, ਜਾਂ ਤੁਸੀਂ ਮਾੜੇ ਹੋ ਜਾਂ ਮੈਂ ਮਾੜਾ, ਗੱਲ ਉਹ ਨਹੀਂ ਹੈ। ਮਾਰੇ ਕਹਿੰਦੇ ਨੇ, ਚੰਗਾ ਤੇ ਮੰਦਾ ਉਸ ਪਰਮਾਤਮਾ ਦੀ ਦਰਗਾਹ ਵਿੱਚ ਪਤਾ ਲੱਗੇਗਾ। ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ। ਤੇ ਪਾਤਸ਼ਾਹ ਕਹਿੰਦੇ, ਨਾਨਕ ਜੀ ਉਪਾਏ ਕੇ ਲਿਖ ਨਾਵੇਂ ਧਰਮ ਬਹਾਲਿਆ। ਉੱਥੇ ਸੱਚੇ ਹੀ ਸੱਚ ਨਿਬੜਿਆ, ਚੁਣ ਵਖ ਕੱਢੇ ਜਜਮਾਲਿਆ। ਥਾਓ ਨਾ ਪਾਇਨ ਕੂੜਿਆਰ, ਮੂੰਹ ਕਾਲੇ ਦੋਜਕ ਚਾਲਿਆ। ਉਹਨਾਂ ਨੂੰ ਥਾਂ ਨਹੀਂ ਮਿਲਣੀ ਜਿਹੜੇ ਕੁੜਿਆਰ ਨੇ, ਝੂਠੇ ਨੇ, ਜਿਹੜੇ ਰੱਬ ਤੋਂ ਟੁੱਟੇ ਹੋਏ ਨੇ। ਕਹਿੰਦੇ ਨੇ ਉਹਨਾਂ ਦਾ ਮੂੰਹ ਕਾਲਾ ਕਰਕੇ ਦੋਜਕ ਵਿੱਚ ਸਾੜਿਆ ਜਾਏਗਾ। ਪਰ ਜਿਹੜੇ ਨਾਮ ਜਪਦੇ ਨੇ ਤੁਹਾਡੇ ਵਰਗੇ ਗੁਰਮੁਖਾਂ ਦੇ, ਤੇ ਨਾਏ ਰਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਪਰ ਜਿਹੜੇ ਨਾਮ ਦੇ ਰੰਗੇ ਹੁੰਦੇ ਨੇ, ਉਹ ਇੱਥੋਂ ਦੀ ਬਾਜੀ ਜਿੱਤ ਕੇ ਜਾਂਦੇ ਨੇ। ਪਰ ਜਿਹੜੇ ਨਾਮ ਨਹੀਂ ਜਪਦੇ ਨਾ, ਨਾਮ ਨਾ ਜਪ, ਆਤਮ ਘਾਤੀ। ਆਤਮ ਘਾਤੀ, ਜਗਤ ਕਸਾਈ। ਉਹ ਜਗਤ ਦਾ ਕਸਾਈ ਮੰਨਿਆ ਗਿਆ ਹੈ ਜਿਹੜੀ ਪਰਮਾਤਮਾ ਦਾ ਨਾਮ ਨਹੀਂ ਜਪਦੇ। ਤੋ ਅੱਜ ਗੁਰੂ ਸਾਹਿਬ ਕਹਿੰਦੇ ਨੇ, ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜਿਉ ਪਿੰਡ ਥਾ ਦੀਆ, ਤਿਸ ਕੀ ਭਾਉ ਭਗਤ ਨਹੀਂ ਸਾਧੀ। ਦੇਖੋ, ਸਾਨੂੰ ਰੱਬ ਦਾ ਨਾਮ ਜਪਣਾ ਪਵੇਗਾ। ਲੱਖ ਕੋਸ਼ਿਸ਼ਾਂ ਕਰ ਲਈਏ, ਹੋਰ ਕੋਈ ਰਸਤਾ ਐਸਾ ਨਹੀਂ ਹੈ। ਜੇ ਪਰਮਾਤਮਾ ਦੇ ਘਰ ਪਹੁੰਚਣਾ ਹੈ ਤੇ ਰੱਬ ਦਾ ਨਾਮ ਸਾਨੂੰ ਜਪਣਾ ਪਵੇਗਾ। ਔਰ ਇਹ ਨਹੀਂ ਕਿ ਸਿਰਫ ਸਿੱਖ ਧਰਮ ਵਾਸਤੇ, ਸਾਰਿਆਂ ਵਾਸਤੇ। ਇਹ ਮੈਂ ਫਰੀਦ ਸਾਹਿਬ ਦਾ ਇੱਕ ਸ਼ਲੋਕ ਪੜ੍ਹ ਰਿਹਾ ਸੀ, ਇੰਨੀ ਲਾਨਤ ਪਾਈਏ ਜਿਹੜੇ ਨਾਮ ਨਹੀਂ ਜਪਦੇ। ਫਰੀਦਾ ਬੇਨਮਾ ਨਿਵਾਜਾਂ ਕੁੱਤਿਆਂ, ਇਹ ਨਾ ਭਲੀ ਰੀਤ, ਕਭੀ ਚੱਲ ਨਾ ਆਇਆ ਪੰਜੇ ਵਕਤ ਮਸੀਤ। ਦੇਖੋ ਫਰੀਦ ਸਾਹਿਬ ਕੀ ਕਹਿੰਦੇ ਨੇ,
ਫਰੀਦਾ ਬੇਨਵਾਜ਼ੇ ਕੁੱਤਿਆਂ, ਜਿਹੜੇ ਨਮਾਜ਼ ਤੋਂ ਬਿਨਾਂ ਨੇ, ਉਹ ਕੀ ਸੰਗਿਆ ਦਿੱਤੀ ਉਹਨਾਂ ਨੂੰ? ਕੁੱਤੇ ਨੇ। ਜਿਹੜੇ ਦੇਖੋ ਮੁਸਲਮਾਨ ਧਰਮ ਵਿੱਚ ਨਾ 5 ਨਮਾਜ਼ਾਂ ਹੁੰਦੀਆਂ ਨੇ, ਫਜਰ ਦੀ, ਜੋਹਰ ਦੀ, ਅਸਰ, ਮਗਰੀਬ ਤੇ ਈਸ਼ਾ। ਇਹਨਾਂ ਵਿੱਚ ਅੱਗੋਂ ਰਕਾਤ ਹੈ, ਕੋਈ 4 ਰਕਾਤਾਂ ਨੇ, ਕਿਸੇ 7 ਨੇ, 10। ਅਕਸਰ ਇਹਨਾਂ ਦੀ ਨਾ ਕਈ ਮੁਸਲਮਾਨਾਂ ਦੇ ਪ੍ਰਵਚਨ ਵੀ ਸੁਣਦਾ ਹੈ। ਤੇ ਫਰੀਦ ਸਾਹਿਬ ਕਹਿੰਦੇ ਨੇ ਜੇ ਕੋਈ 5 ਨਮਾਜ਼ਾਂ ਨਹੀਂ ਹੈ, ਇਸ ਜੀਵਨ ਜਾਚ ਨਾਲ ਨਹੀਂ ਚੱਲ ਰਿਹਾ, ਉਹਨੂੰ ਕੁੱਤੇ ਦੀ ਸੰਗਿਆ ਦਿੱਤੀ ਹੈ। ਕਈ ਵਾਰੀ ਅਸੀਂ ਕੀ ਸੋਚਦੇ ਹਾਂ ਕਿ ਇਹ ਤੇ ਮੁਸਲਮਾਨਾਂ ਦੀ ਗੱਲ ਹੈ, ਇਸਲਾਮ ਧਰਮ ਦੀ ਗੱਲ ਹੈ, ਸਾਡਾ ਕੀ ਕੰਮ ਹੈ? ਪਰ ਸਾਧ ਸੰਗਤ ਐਸੀ ਗੱਲ ਨਹੀਂ ਹੈ। ਇਹ ਸਾਡੇ ਵਾਸਤੇ ਵੀ ਉਪਦੇਸ਼ ਹੈ, ਇਹ ਹਿੰਦੂ ਧਰਮ ਵਾਸਤੇ ਵੀ ਹੈ। ਜੇ ਅਸੀਂ ਸਿੱਖ ਹੋ ਕੇ ਨਿਯਮ ਨਹੀਂ ਕਰਦੇ, 5 ਬਾਣੀਆਂ ਦਾ ਪਾਠ ਨਹੀਂ ਕਰਦੇ, ਤੇ ਇਹ ਨਿਯਮ ਸਾਡੇ ਵਾਸਤੇ ਵੀ ਲਾਗੂ ਹੈ। ਖਾਲੀ ਜਪਣ ਦੀ ਬੇਨਤੀ ਇਹ ਨਹੀਂ ਕਿ ਮੁਸਲਮਾਨ ਨੂੰ ਕਹੀਏ ਤੇ ਸਾਡੇ ਵਾਸਤੇ ਨਹੀਂ। ਕਿੱਥੇ ਪੰਡਿਤ ਨੂੰ, ਕਿੱਥੇ ਬ੍ਰਾਹਮਣ ਦੀ ਗੱਲ ਹੋਈਏ ਤੇ ਅਸੀਂ ਸੋਚਦੇ ਹਾਂ ਗਿਆਨੀ ਸਾਡਾ ਕੀ ਕੰਮ ਹੈ। ਪਰ ਸਾਧ ਸੰਗਤ ਐਸੀ ਗੱਲ ਨਹੀਂ ਹੈ। ਜਦੋਂ ਵੀ ਕੋਈ ਗੱਲ ਗੁਰੂ ਸਾਹਿਬ ਕਰਦੇ ਨੇ ਤੇ ਸਭ ਵਾਸਤੇ ਉਪਦੇਸ਼ 4 ਵਰਨਾ ਕੋ ਸਾਂਝਾ, ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ 4 ਵਰਨਾ ਕੋ ਸਾਂਝਾ। ਕਿਉਂ? ਕਿਉਂਕਿ ਇਹ ਗੱਲ ਸਾਰਿਆਂ ਵਾਸਤੇ ਵੇ। ਤਾਂ ਹੀ ਭਗਤ ਕਬੀਰ ਜੀ ਨੇ ਕਿਹਾ, ਗੋਬਿੰਦ ਹਮ ਐਸੇ ਅਪਰਾਧੀ। ਦੇਖੋ ਅਸੀਂ ਅਪਰਾਧੀ ਹਾਂ, ਇਹ ਪਹਿਲਾਂ ਅਸੀਂ ਮੰਨ ਲਈਏ। ਜਦ ਤੱਕ ਅਸੀਂ ਮੰਨਾਂਗੇ ਨਹੀਂ ਨਾ, ਤੇ ਤਦ ਤੱਕ ਇਹ ਗੱਲ ਚੱਲੇਗੀ ਨਹੀਂ ਅੱਗੇ। ਮੈਂ ਭਾਈ ਵੀਰ ਸਿੰਘ ਦੀ ਕਿਤਾਬ ਪੜ੍ਹ ਰਿਹਾ ਸੀ, ਬੜਾ ਸੁੰਦਰ ਉਹਨਾਂ ਨੇ ਲਿਖਿਆ ਹੋਇਆ ਸੀ ਉਹਦੇ ਵਿੱਚ। ਕਹਿੰਦੇ ਨੇ ਮੈਂ ਇੱਕ ਜਗ੍ਹਾ ਤੇ ਬਾਜ਼ਾਰ ਵਿੱਚ ਜਾ ਰਿਹਾ ਸੀ, ਬੜੇ ਗੁਰਮੁਖ ਅਧਿਆਤਮਕ ਰਾਈਟਰ ਹੋਏ ਨੇ, ਬਹੁਤ ਜ਼ਬਰਦਸਤ ਫਿਲਾਸਫਰ ਵੀ ਸਨ। ਕਹਿੰਦੇ ਨੇ ਮੈਂ ਬਾਜ਼ਾਰ ਵਿੱਚ ਨਾ ਇੱਕ ਮੀਟ ਦੀ ਦੁਕਾਨ ਦੇਖੀ। ਤੁਸੀਂ ਅਕਸਰ ਦੇਖਿਆ ਹੋਵੇਗਾ ਬਾਹਰ ਪਿੰਜਰਿਆਂ ਵਿੱਚ ਨਾ ਮੁਰਗੇ ਪਏ ਹੁੰਦੇ ਨੇ ਬੜੇ। ਫਿਰ ਉਹ ਜਿਹੜਾ ਕੋਈ ਕਸਟਮਰ ਆਉਂਦਾ ਤੇ ਉਹਨੂੰ ਇੱਕ ਇੱਕ ਫੜ ਕੇ ਲੈ ਕੇ ਚਲਾ ਜਾਂਦਾ ਅੰਦਰ। ਉਹ ਫਿਰ ਹਲਾਲ ਜੋ ਵੀ ਉਹ ਕਰਦੇ ਨੇ। ਬੜੀ ਉੱਚੀ ਬਿਰਤੀ ਸੀ ਭਗਤ ਵਾਹਿਗੁਰੂ ਭਾਈ ਵੀਰ ਸਿੰਘ ਜੀ ਦੀ। ਰੁਕ ਗਏ ਤੇ ਮੁਰਗੇ ਇਕੱਠੇ ਵਿੱਚ ਸਨ ਪਿੰਜਰੇ ਵਿੱਚ, ਤੇ ਕਹਿੰਦੇ ਨੇ ਸੋਚਦੇ ਨੇ ਮੈਂ ਦੇਖਣਾ ਗੱਲਾਂ ਕੀ ਕਰ ਰਹੇ ਨੇ ਆਪਸ ਵਿੱਚ। ਧਿਆਨ ਦੇਣਾ, ਇੱਕ ਮੁਰਗਾ ਦੂਜੇ ਨੂੰ ਪਤਾ ਕੀ ਕਹਿੰਦਾ? ਕਹਿੰਦਾ ਭਾਈ ਇਹ ਮਨੁੱਖ ਨੇ ਜਿਹੜੇ, ਇਹ ਜਦੋਂ ਕੋਈ ਪਾਪ ਕਰਦੇ ਨੇ, ਇਹਨਾਂ ਵਾਸਤੇ ਤੇ ਕੋਰਟ ਕਚਹਿਰੀਆਂ ਹੈਗੀਆਂ ਨੇ, ਇਹ ਸਾਨੂੰ ਮਾਰਦੇ ਨੇ। ਇਹ ਇੱਕ ਬੰਦਾ ਦੂਜੇ ਦੀ ਠੱਗੀ ਕਰਦਾ ਹੈ, ਫੜਿਆ ਜਾਂਦਾ, ਪੁਲਿਸ ਕੇਸ ਬਣਾਉਂਦੀ ਹੈ ਤੇ ਫਿਰ ਉਹਨਾਂ ਨੂੰ ਜੇਲ੍ਹ ਹੁੰਦੀ ਹੈ, ਸਜ਼ਾ ਹੁੰਦੀ ਹੈ। ਪਰ ਸਾਨੂੰ ਅੱਜ ਤੱਕ ਇਹ ਸਮਝ ਨਹੀਂ ਆਈ ਕਿ ਸਾਨੂੰ ਫੜ ਫੜ ਕੇ ਇੱਕ ਨਿਰਦੋਸ਼ਾਂ ਨੂੰ ਮਾਰੀ ਜਾ ਰਹੇ ਨੇ। ਸਾਡਾ ਕੋਈ ਦੋਸ਼ ਵੀ ਨਹੀਂ ਹੈ ਤੇ ਇਹਨਾਂ ਨੂੰ ਕੋਈ ਸਜ਼ਾ ਨਹੀਂ ਮਿਲਣੀ। ਇਹ ਦੇਖੋ ਭਗਤ ਭਾਈ ਵੀਰ ਸਿੰਘ ਜੀ ਇੱਕ ਜਗ੍ਹਾ ਤੇ ਰੁਕ ਕੇ, ਬੜੀ ਉੱਚੀ ਬਿਰਤੀ ਸੀ। ਇੱਕ ਵਾਰੀ ਆਪਣੇ ਸੰਗੀ ਨੂੰ ਕਹਿੰਦੇ ਨੇ, ਸੇਵਾਦਾਰ ਜਿਹੜੇ, ਕਹਿੰਦੇ ਨੇ ਜੀ ਲੰਗਰ ਲਿਆਓ। ਤੇ ਉਹ ਕਮਰੇ 'ਚ ਜਾਂਦੇ ਨੇ ਤੇ ਸਾਹਮਣੇ ਫੁੱਲ ਵੇਖਦੇ ਨੇ ਪਿਆ, ਤੇ ਫੁੱਲ ਨੂੰ ਵੇਖਦੇ ਵੇਖਦੇ ਇੰਨਾ ਮੋਹਿਤ ਹੋ ਜਾਂਦੇ ਨੇ, ਕਹਿੰਦੇ ਰੱਬਾ ਤੂੰ ਇੰਨੇ ਰੰਗਾਂ ਵਿੱਚ ਹੈਗਾ ਹੈ। ਉਹ ਪ੍ਰਸ਼ਾਦਾ ਲੈ ਕੇ ਖੜਿਆ ਤੇ 15 ਮਿੰਟ ਉਸ ਫੁੱਲ ਦੇ ਬਾਰੇ ਸੋਚਦੇ ਰਹੇ। ਕਿਉਂਕਿ ਜਿਹਦੀ ਅਧਿਆਤਮਕ ਸੋਚ ਹੁੰਦੀ ਹੈ ਨਾ, ਮੈਨੂੰ ਕਹਿਣ ਦੇਣਾ, ਉਹ ਹਰ ਚੀਜ਼ ਵਿੱਚੋਂ ਰੱਬ ਦੀ ਗੁਣ ਲੱਭ ਲੈਂਦਾ ਹੈ। ਅਸੀਂ ਕਈ ਘਰਾਂ 'ਚ ਜਾਂਦੇ ਹਾਂ ਨਾ,
ਮੈਨੂੰ ਖਿਮਾ ਕਰ ਦੇਣਾ, ਮੈਂ ਕਹਿਣਾ ਪੈ ਰਿਹਾ, ਮੈਂ ਘਰ ਜਾ ਕੇ ਨਾ ਉਹਨਾਂ ਦੀ ਮਾਨਸਤਾ ਦਾ ਪਤਾ ਲੱਗ ਜਾਂਦਾ ਮੈਨੂੰ। ਇਹ ਗੁਰੂ ਨੇ ਕੁਝ ਦ੍ਰਿਸ਼ਟੀ ਦਿੱਤੀ ਹੈ। ਜਦੋਂ ਉਹਨਾਂ ਦੇ ਘਰ ਬੈਠੀਦਾ, ਉਹਨਾਂ ਦੀਆਂ ਜਿਹੜੇ ਘਰ ਦੀਆਂ ਤਸਵੀਰਾਂ, ਮੈਗਜ਼ੀਨ ਦੇਖਣਾ, ਜਾਂ ਕਦੀ ਉਹਨਾਂ ਦੀ ਗੱਡੀ ਵਿੱਚ ਬੈਠੋ, ਫੋਟੋ ਕੋਈ ਲੱਗੀ ਹੈ ਜਾਂ ਔਨ ਕਰਦੇ ਨੇ ਗਾਣੇ, ਇਹ ਘਰ ਦੀ ਉਹਨਾਂ ਦੀ ਮਾਨਸਤਾ ਦਾ ਪਤਾ ਲੱਗ ਜਾਂਦਾ ਹੈ ਕਿ ਕਿਸ ਤਰ੍ਹਾਂ ਦਾ ਉਹਨਾਂ ਦਾ ਮਾਈਂਡ, ਕਿੱਥੇ ਜ਼ਿਆਦਾ ਉਹਨਾਂ ਦੀ ਸੋਚ ਜਾਂਦੀ ਹੈ। ਤਸਵੀਰਾਂ, ਭੈੜੀਆਂ ਭੈੜੀਆਂ ਤਸਵੀਰਾਂ। ਜੇ ਕਿਸੇ ਗੁਰਮੁਖ ਦੇ ਘਰ ਚਲੇ ਜਾਓ, ਉਹਦੀ ਬਿਰਤੀ ਦੇਖੋਗੇ ਨਾ, ਉਹਨੇ ਸਰੂਪ ਲਗਾਇਆ ਹੋਏਗਾ ਹਰਿਮੰਦਰ ਸਾਹਿਬ ਦਾ, ਹਜੂਰ ਸਾਹਿਬ ਦਾ, ਜਾਂ ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ, ਉਹ ਪੰਕਤੀ ਲਾਈ ਹੋਏਗੀ। ਉਹ ਜਿਸ ਵੇਲੇ ਨਿਕਲੇਗਾ, ਉਹਨਾਂ ਦੀ ਮਾਨਸਿਕਤਾ ਦਾ ਪਤਾ ਲੱਗੇਗਾ ਕਿ ਇਹਨਾਂ ਦੀ ਸੋਚ ਮੰਡਲ ਦੇ ਵਿੱਚ ਇਹ ਗੁਰਬਾਣੀ ਚੱਲਦੀ ਹੈ। ਜੇ ਬੈਠੇ ਉੱਥੇ ਨਾਵਲ ਪਏ ਨੇ, ਮੈਗਜ਼ੀਨ ਪਈ ਹੈ, ਜਾਂ ਅਖਬਾਰਾਂ ਦੇ ਬੰਡਲ ਪਏ ਨੇ, ਜਾਂ ਕੋਈ ਐਸੀਆਂ ਗਲਤ ਤਸਵੀਰਾਂ ਘਰ ਵਿੱਚ ਲੱਗੀਆਂ ਨੇ, ਤੇ ਸੋਚ ਵਿੱਚ ਤੇ ਇਹ ਆਉਂਦਾ ਨਾ ਕਿ ਇਹਨਾਂ ਦੇ ਖਿਆਲਾਤ ਐਸੇ ਨਹੀਂ। ਤੇ ਕੱਲ ਕੀ ਸੀ? ਫਿਰ ਉਸ ਵੇਲੇ ਇੱਕ ਮੁਰਗਾ ਫਿਰ ਦੂਜੇ ਨੂੰ ਕੀ ਕਹਿੰਦਾ ਹੈ? ਕਹਿੰਦਾ ਇਹਨਾਂ ਵਾਸਤੇ ਕੋਈ ਨਹੀਂ ਹੈ, ਇਹਨਾਂ ਲੋਕਾਂ ਵਾਸਤੇ ਸਾਨੂੰ ਮਾਰਦੇ ਨੇ, ਇਹਨਾਂ ਦੀ ਕੋਈ ਗੁਨਾਹ ਨਹੀਂ, ਇਹਨਾਂ ਨੂੰ ਕੋਈ ਪਾਪ ਨਹੀਂ ਚਿਕ ਲੱਗੇਗਾ। ਤੇ ਉਹ ਸਿਆਣਾ ਮੁਰਗਾ ਉਹਨੂੰ ਕਹਿੰਦਾ ਹੈ, ਭਾਈ ਇੱਥੋਂ ਭਾਵੇਂ ਇਹ ਬਰੀ ਹੋ ਜਾਣ, ਪਰ ਪਰਮਾਤਮਾ ਦੀ ਦਰਗਾਹ ਦੇ ਵਿੱਚ ਇਹ ਬਰੀ ਨਹੀਂ ਹੋ ਸਕਦੇ। ਉੱਥੇ ਸੱਚੇ ਹੀ ਸੱਚ ਨਿਬੜੇ, ਚੁਨ ਵਖ ਕੱਢੇ ਜਜ ਮਾਲਿਆ। ਉੱਥੇ ਤੇ ਸੱਚ ਦੀ ਗੱਲ ਹੋਣੀ ਹੈ, ਔਰ ਉੱਥੇ ਨਿਬੇੜਾ ਵੀ ਸੱਚ ਦਾ ਹੋਣਾ ਜੇ। ਮੈਨੂੰ ਖਿਮਾ ਕਰ ਦੇਣਾ, ਭਾਈ ਸਦਨਾ ਸੀ ਨਾ, ਕਸਾਈ ਸੀ, ਭਗਤ ਸਦਨਾ ਜੀ। ਗੁਰੂ ਗ੍ਰੰਥ ਸਾਹਿਬ ਜੀ ਬਾਣੀ ਵਿੱਚ ਵੀ ਤੁਸੀਂ ਦਰਸ਼ਨ ਕਰਦੇ ਹੋ। ਹੈ ਮੁਸਲਮਾਨ ਸਨ, ਬੜੇ ਇਸਲਾਮ ਧਰਮ ਦੇ ਭਗਤ ਹੋਏ ਨੇ। ਸੈਣ ਜੀ ਵੀ ਇਸਲਾਮ ਨਾਲ, ਭਗਤ ਫਰੀਦ ਜੀ ਵੀ, ਤੇ ਭਗਤ ਸਦਨਾ ਜੀ ਕਸਾਈ ਸਨ। ਤੇ ਇੱਕ ਦਿਨ ਰੋਜ਼ ਆਪਣੀ ਕਿਰਤ ਕਰਦੇ, ਬੱਕਰਿਆਂ ਨੂੰ ਕੱਟਦੇ, ਇਤਵਾਰ ਨੂੰ ਛੁੱਟੀ ਕਰਦੇ। ਸ਼ਨੀਵਾਰ ਸ਼ਾਮ ਨੂੰ ਜਦੋਂ ਆਪਣੀ ਦੁਕਾਨ ਵਧਾ ਰਹੇ ਸਨ, ਤੇ ਰਾਜੇ ਦਾ ਕੋਈ ਅਹਿਲਕਾਰ ਆ ਗਿਆ, ਕਹਿਣ ਲੱਗਾ ਜੀ ਰਾਜੇ ਨੇ ਨਾ ਮੀਟ ਮੰਗਵਾਇਆ। ਹੁਣ ਉਹ ਵੇਖਦਾ ਹੈ ਸਦਨਾ ਕਿ ਰਾਜੇ ਨੇ ਮੀਟ ਮੰਗਵਾਇਆ, ਤੇ ਮੀਟ ਤੇ ਹੈ ਕੋ ਨਹੀਂ। ਤੇ ਬੱਕਰਾ, ਉਹਨੇ ਕਿਹਾ ਜੀ ਜੇ ਮੈਂ ਬੱਕਰੇ ਨੂੰ ਪੂਰਾ ਕੱਟਣਾ ਤੇ ਇੱਕ ਦਿਨ ਪਿਆ ਰਹੇਗਾ ਤੇ ਫਿਰ ਗੜਬੜ ਹੋ ਜਾਏਗੀ। ਉਸਨੇ ਕੀ ਕੀਤਾ, ਉਸਨੇ ਛੁਰੀ ਲਈ ਤੇ ਉਹਨੇ ਕਿਹਾ ਇਹਨੂੰ ਮੈਂ ਇਹਦਾ ਪੱਟ ਕੱਟ ਕੇ ਨਾ ਇਹਨੂੰ ਦੇ ਦੇਣਾ ਵਾ, ਤੇ ਫਿਰ ਪਰਸੋਂ ਆ ਕੇ ਇਹਨੂੰ ਮੈਂ ਵੱਢ ਦਾਂਗਾ, ਆਪੇ ਹੀ ਤੜਫਦਾ ਰਹੇਗਾ। ਜਿਉਂ ਹੀ ਛੁਰੀ ਉਹਨੇ ਸਦਨੇ ਕਸਾਈ ਨੇ ਲਗਾਈ, ਉਹਦਾ ਪੱਟ ਕੱਟਣ ਲੱਗਾ, ਤੇ ਇੱਕਦਮ ਬੱਕਰਾ ਬੋਲ ਪਿਆ, ਸਦਨਿਆ ਕਿੰਨੇ ਜਨਮ ਤੂੰ ਮੈਨੂੰ ਕੱਟਿਆ, ਕਿੰਨੇ ਜਨਮ ਮੈਂ ਤੈਨੂੰ ਕੱਟਦਿਆ। ਇਹ ਭਾਜੀ ਚਲਦੀ ਆ ਰਹੀ ਹੈ ਸਾਡੀ ਸ਼ੁਰੂ ਤੋਂ, ਪਰ ਅੱਜ ਜਿਹੜੀ ਤੂੰ ਭਾਜੀ ਪਾਉਣ ਲੱਗਾ ਨਾ ਨਵੀਂ, ਅੱਜ ਤੂੰ ਮੈਨੂੰ ਪੱਟ ਕੱਟ ਦੇਂਗਾ ਔਰ ਮੈਂ 2 ਦਿਨ ਤੜਫਦਾ ਰਹਾਂਗਾ। ਇੱਕ ਗੱਲ ਯਾਦ ਰੱਖੀ, ਇਸ ਤੋਂ 10 ਗੁਣਾ ਤੈਨੂੰ ਵੀ ਤੜਫਣਾ ਪੈਣਾ ਹੈ। ਉਸ ਵੇਲੇ ਛੁਰੀ ਹੱਥੋਂ ਛੁੱਟ ਗਈ। ਕਹਿੰਦਾ ਰਾਜੇ ਦੇ ਅਹਿਲਕਾਰ ਨੂੰ, ਅੱਜ ਤੋਂ ਇਹ ਕੰਮ ਬੰਦ ਕੀਤਾ। ਦਰਅਸਲ ਛੁਰੀ ਨਹੀਂ ਛੱਡੀ, ਔਗਣ ਹੀ ਛੱਡ ਦਿੱਤਾ। ਗੋਬਿੰਦ ਹਮ ਐਸੇ ਅਪਰਾਧੀ। ਅਸੀਂ ਦੇਖੋ, ਮੈਨੂੰ ਕਈ ਵਾਰੀ ਇਹ ਇੱਕ ਨਾ ਪੰਥ ਦਾ ਵੀ ਮਸਲਾ ਹੈ। ਬਹੁਤ ਬੰਦੇ ਫੋਨ ਵੀ ਆਉਂਦੇ ਨੇ, ਵਿਚਾਰਾਂ ਵੀ ਕਰਦੇ ਨੇ, ਵੀਰ ਜੀ ਮੀਟ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ। ਇਹ ਅਕਸਰ ਸਵਾਲ ਹੈ। ਤੁਸੀਂ ਅਕਾਲ ਤਖਤ ਦੀ ਮਰਿਆਦਾ ਪੜ੍ਹੋ ਨਾ, ਤੇ ਉਹਦੇ ਵਿੱਚ ਵੀ ਪੁੱਠਾ ਨਹੀਂ ਖਾਣਾ,
तो बंदे की सोच च आ जाता जे पुट्ठा नहीं खाना तो यदा मतलब झटका खा सकने, मतलब गल नूं रले विच। और कोई भी किसी को पुछोगे ना वो तुहानूं सीधा जवाब नहीं देगा। पर जदों तुसीं गुरबाणी विचों दर्शन करोगे, मैं कहना जो जो तुहाडे अंदर बाणी जाती जाएगी ना, गुरु नानक पातशाह तो इत्थों तक कहते जे रत लगे कपड़े जामा होए पलीत, जे रत पीवे मानसा तिन क्यों निर्मल चीत। गुरु पातशाह कहते ने जे कपड़े ते खून लग जाए तो कपड़ा पाण योग नहीं हुंदा, ते जे किसे दा लहू पीएगी आत्मा, वो आत्मा निर्मल किवें रहेगी। जे रत पीवे, जे रत लगे कपड़ा जामा होए पलीत, जे रत पीवे मानसा तिन क्यों निर्मल चीत। देखो मैं तो मैनू कई कहते हैं, मैं कहना जी जिहड़ी चीज़ गुरु रामदास जी के घर बनती है ना वो सब जायज़ है, तो जे गुरु रामदास जी के घर नहीं बनती तो फिर सानू खाना नहीं चाहिए। मैं क्या होर एक उदाहरण ले लो, देखो जितों तक सोच है, मैं क्या साडे अंदर कौन बैठा है, कहते रब। मैं क्या तुहाडे अंदर, कहते रब। मैं क्या असीं किनू खुआवांगे ये चीज़, किनू खुआवांगे, कहते रब नूं। मैं क्या रब ने तो सानू ये मंदिर दिता सी, ये शरीर हरमंदर है, असी उस मंदिर दे विच कूड़ा कबाड़ पावांगे ते रब नूं किस तरह खुशी होएगी। जिस तरह वो मुर्गा कह रहा दूजे मुर्गे नूं कि भाई ये सानू वढ रहे ने, इहदा कोई हिसाब, ते वो कहंदा घबरा ना, इत्थे हिसाब होवे ना होवे पर रब की दरगाह ते इन्हां दा हिसाब होना ही होना ही। तो भगत कबीर जी अज यही कह रहे ने, गोबिंद हम ऐसे अपराधी जिन प्रभ जियो पिंड था दिया, तिसकी भाव भगत नहीं साधी। जिन्हें सारा कुछ दिता उन्होंने तो याद नहीं किया, जे याद नहीं किया तो असे समझ लो अपराधी हाँ, जेड़ा परमात्मा का नाम नहीं जपदा। देखो नाम जपण वास्ते महाराज ने बेनती नहीं की, यह गल नोट करना। तुसीं कहो कि महाराज ने कहा जी नाम जपया करो, प्यार भरी बेनती है, नहीं। हाँ संगत विच आन वास्ते जरूर प्रेरित किया है, आवो सिख सत गुरु के प्यारे हो, गावो सच्ची बाणी। पर नाम जपण वास्ते महाराज ने कहा तेरे वास्ते हुक्म है, सत संगत कैसी जानी है, जिथे एको नाम वखाणी है, एको नाम हुक्म है। देखो ये हुक्म है साडे वास्ते। नाम जपना किसी ने बेनती नहीं की महाराज ने, महाराज के नाम जपना है तो तेरे वास्ते हुक्म है मेरा। जे तू नाम नहीं जपेगा ना ते तनू दरगाह दे अंदर तेरी ढोई नहीं होएगी। नाम हुक्म दिता है, सब सिखन को हुक्म है, गुरु मान्यो ग्रंथ। देखो ते हुक्म है, बेनती नहीं की। ते गुरु नूं मन्ना, गुरु ग्रंथ साहब नूं मन्ना, गुरु दी शिक्षा नूं मन्ना, गुरु दे बचनां नूं मन्ना। गुरु ते कहंदा उठ फरीदा उजू साज, सुबह निवाज गुजार, जो सिर साईं ना निवे सो सिर कप उतार। जे तेरा सिर सवेरे उठ के साईं दे अगे आके सिर नहीं निभांदा ते उस सीस नूं समझ उतार के रख दे तो ज्यादा वधिए। फरीदा पिछल रात ना जागियो, जीवंदड़ियो मोयो। जेड़े सवेरे उठ के जागदे नहीं ना, वो जींदे होए मोए समझो। ते रब ना विसारिए ते रब ना विसरोए। साडे दादी जी कहते सन जे सूरज निकल जाए तुसी सुते होए हो ना तो समझो कि मोए पे हो। उठ के नाम जप, नहीं ते तू वड्डा अपराधी है। तू के मैं गुनाह नहीं किया, तेरे तो वड्डा गुनाहगार ही नहीं। जिस परमात्मा ने तनू ये पिंड दिता, ये जिंद दिती, ये सारा कुछ घर बार दिता, तू जे ओदा नाम नहीं जप रहा ते समझ लै फिर तनू परमात्मा वालों एक संदेश आया है। हुण इस शब्द की पूरी व्याख्या कबीर साहब की कह रहे ने, कवन काज सिरजे जग भीतर,
ਕਵਨ किस काज वास्ते तैनू जग भीतर जग दे अंदर तैनू भेजिया है। हुण तैनू ये सारे शब्द विच कबीर साहब कह रहे हैं, जन्म कवन फल पाया। तैनू इस किस जन्म वास्ते, किस मनोरथ वास्ते तैनू इस संसार विच भेजिया है। पावनिद तरन तारण चिंता मन। उस परमात्मा जिहड़ा संसार समुंदर तो पार करन वाला है। पातशाह कहते ने एक निमख ना ए मन लाया। ਉਹਨੂੰ ਤੇ ਇੱਕ ਨਿਮਖ ਵੀ ਤੂੰ ਮਨ ਦੇ ਵਿੱਚ ਨਹੀਂ ਬਿਠਾਇਆ। ਜਿਸ ਪਰਮਾਤਮਾ ਨੇ ਤੈਨੂੰ ਇਹ ਸਾਰਾ ਕੁਝ ਦਿੱਤਾ। ਦੇਖੋ, ਸਭ ਜਿਉ ਪਿੰਡ ਸੁਖ ਮੁਖ ਨਕ ਦੀਆ ਵਰਤਨ ਕੋ ਪਾਣੀ। ਦੇਖੋ, ਪਾਣੀ ਦਿੱਤਾ ਹੈ, ਹੱਥ ਮੂੰਹ ਨੱਕ ਦਿੱਤੇ ਨੇ। ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅੰਨ ਭੋਗਾਣੀ। कितने रस भोगण वास्ते सानू दिते ने परमात्मा ने, कदी नोट किया है? तुसी रसोई वाल देखो अपनी, कितने रस पीने तुहाडे घर वाले तुहानू इन्नी सोहणियां सोहणियां चीज़ां बना के तुहाडे अगे पेश करते हैं। ते इतना कुछ परमात्मा जिन दिए सो चीत ना आवई पशु हो कर जानी। पर जिस परमात्मा ने दिता तू उन्होंने तो याद ही नहीं किया, जिस दी बदौलत तू खा रहे हैं। मैं एक अज गल पढ़ रहा सी, एक बंदे दी कहंदा मेरी उम्र 95 साल है। मैं क्या पढ़ के मैं हैरान। कहंदा मैं अज तक कोई दवाई नहीं खाधी। मैं होर पढ़ के हैरान हो गया। कहंदा मेरा पिता 105 साल की उम्र च उन्हां भी कोई दवाई नहीं खाधी। ते पुछया भाई की है तू, की केड़ा मंत्र है? तुसी भी तंदुरुस्त होना चाहते हो ना, मैं भी तंदुरुस्त होना चाहना। उन्हें बड़ा सुंदर जवाब दिता जो मेरे दिल के अंदर जाके तीर वांग वजया। जब मैं अगे जाके आंसर ढूंढिया ना, तो उन्हें पता की लिखा होया सी। कहंदा जी मैं कोई चीज मुख ते पाना पहला एक बारी वाहिगुरू जरूर कहना वा। देखो कितनी वड्डी गल है। जिस दा दिता खावना तिस कहिए शाबाश। कहते मैं उस परमात्मा नू हर वेले कोई भी चीज मुख ते पाना पहला एक बारी बोल देना वाहिगुरू। मनु ये एहसास हो जाता है कि ये परमात्मा तेरी दिती दात नू मैं मुख ते ला रहा। ते पातशाह कबीर जी कहते ने गोबिंद हम ऐसे अपराधी जिन प्रभ जियो पिंड था दिया तिसकी भाव भगत ना साधी। अगे चल के कहते ने पर धन पर तन पर ती निंदा पर अपवाद ना छूटे। मैं पता क्यों नहीं रब का नाम जपया। मैं हमेशा पराए धन वाल, लोगों का धन वेख के, लोगों की ऐशो आराम देख के बस मेरा मन सिर्फ उधर ही लग्या रहा कि उहदे कोल इन्ना ताले। अंदर मेरे अंदर तंग दिली बनती गई, मेरे अंदर साड़ा बनता गया। पर तन मैं पराए तन नू वेख के अंदर ही अंदर गुप्त रूप विच मेरे अंदर विकार चलते रहे। भावें मैं संगत विच ही बैठा, देखो संगत विच ही बैठ के असीं पाप कर लैने। संगत विच ही पराए तन वेख के साडे अंदर माड़ी बिरती चल पैंदी है। मैं भैणां प्रति भी बच्चियां प्रति भी बड़ी प्यार सहित एक बेनती करांगा। मेरे कथा का उद्देश्य नेम ये नहीं हुंदा कि मैं गल नूं कह के अगे चला जावां। मैं उन्हां प्रति भी बेनती करांगा। जे गुरु नानक दे तुसी सिख बच्चियां हो ते अपने कपड़ियां वाल भी ध्यान सही दिया करो। देखो तुसी माड़े कपड़े पाओगे, घट शरीर नूं ढकोगे ते माफ कर देना गुनाहगार तुसी भी हो। क्योंकि किसी की माड़ी बिरती तद पैंदी है जद उन्हें अश्लील, मैनू कहना पवेगा कि कपड़े पाए होणगे, घट कपड़े पाए होणगे, उन्होंने वेख के सामने दे प्रति गुप्त रूप विच विकार चलणगे, जिहदे भागी तुसी भी बनोगे। बाबा होर पैनन खुशी खुआर जित पैदे तन पीड़िए मन में चले विकार। वो मन दे विच कोई कहेगा कुछ नहीं,
ਹੁਣ मैं कई बार गुरुद्वारे भी ਧੀਆਂ ਭੈਣਾਂ ਨੂੰ देखना, ऐसे भद्दर कपड़े पा के आंदियां ने कि किसी की भी बिरती तोड़ सकदियां ने। मैनूं खिमा कर देना। तो भगत कबीर जी कहते हैं, पर धन पर तन पर ती निंदा, किसी पराए की निंदा करता रहिंदा है। ਇਹਦੇ ਵਿੱਚ ही पर अपवाद ना छूटे। फरीद साहब ते इत्थों कहते फरीदा खाक ना निंदीए, भुल के भी ना खाक हुंदा मिट्टी, मिट्टी की भी निंदा ना कर। खाकू जेड़ ना कोए, जीवंदियां पैरां थल्ले मोया उपर होए। जिस मिट्टी की भी तू निंदा ना कर, जिहदे उत्ते चल रहे हैं, एक दिन मौत होनी है, यही मिट्टी तेरे उपर आ जानी है। आवागमन होत है फुन फुन, जदों सी पराया तन ते पराया धन ते निंदा, अगर ये चीज साडे अंदर चलती रहेगी ना, ते कबीर जी कहते ने आउण जाण दा गेड़ तेरा चलता रहेगा। आवागमन होत है फुन फुन, ये प्रसंग ना टुटै। ये जिहड़ी कड़ी है ना, जी रहा मर गया फिर जी गया, जन्म मरण दा गेड़ ये तेरा कंटिन्यू चलता रहेगा। तो कबीर जी फिर अगों कहते ने, जे घर कथा होत हर संतन, एक निमख ना कीनो मैं फेरा। वाह, भगत कबीर जी कहते हैं, जिथे ते कथा ते संतां दी उस्तत हो रही हुंदी है ना परमात्मा दी, उत्थे तो तू एक निमख जिन्ना भी नहीं रुकिया, उत्थे ते तू काल विच आना है, जल्दी विच निकल जाना है। मैं कई ऐसे भागे भी वेखे ने जिहड़े तेग बहादुर साहब दे दरबार दे सामने निकल जाते हैं, पर अंदर आने का उन्होंने हुक्म नहीं, आंदे नहीं है। मंदभागी निशानी है। पर कई ऐसे भी ने आके मेरे वर्गे खाली टुर जाते हैं। देखो, संगत विच बहुत तरह के शरीर आते हैं। आम तौर पर 4 तरह के भगत आते हैं, ऊंगे सूंगे पूंगे ते डूंगे। एक होंदे ने इस तरह के आते हैं संगत विच, उगे उगे तो भाव की जिहड़ा घरों परेशान है, चलो जाके संगत विच बह जाने, समा पास हो। कई गुरुद्वारे तुसीं सिंह सभावां दे गुरुद्वारे जाओ ना, सवेरे भाई साहब कीर्तन कर रहे होंदे ने, मैनूं खिमा कर देना, और 4-5 बुजुर्ग बैठे ने जिन्होंने सुनने वास्ते भी कंन भी उन्होंने नहीं, पर वो घरों चले जाते हैं, चल बई समा पास कर आइए। उगे होए, चलो बई घरों टाइम पास कर आइए। स्वाद ते तां सी साडी यंग पनीरी जाके उत्थे बैठी हुंदी, पर ऐसा नहीं है। ये इस तरह की श्रेणी के बंदे संगत विच भी आते हैं, ऊंगे भगत। एक आते हैं सूंगे, मेरे वर्गे, बई संगत विच आए की बनया, इधर कीर्तन चल रहा, खुशबू लैंदे ने, बई चलो जाके कुछ बनया होएगा, समान बनया होएगा, लंगर बड़े तरह के बने ने, चलो तां ही संगत वेखो लंगर के टाइम किन्नी हो जाती संगत। साडे वीर जी हुंदे सन, बड़ा प्यार कहते से, है तो मजाक की गल है, पर वो अजकल रहे नहीं, लेकिन उन्हें गल बड़ी वधिया कहते सन। समागम होना 50-60 बंदे 100 होने, पर जदों लंगर की वारी होनी, खिमा कर देना 200-250 बंदा। तो प्यार विच कहते सन, वीर जी इस तरह करया करो, लंगर पहला कर लिया करो। मतलब कि असीं लंगर वाले सिख तो नहीं बन गए, सूंगे भगत तो नहीं बन गए, खाली बज अज लंगर विच की बनया। इस मनोरथ दे नाल गुरु घर विच ना आओ। देखो, राड़े वाले संत कहते सन, जे ते लंगर छकन जा रहे हो, ਉਹਦੇ ਨਾਲ ਭਗਤੀ ਗੁਰੂ ਨੂੰ ਸਮਾਂ ਨਹੀਂ ਦਿੱਤਾ ਨਾ, ਤੇ ਸਮਝ ਲੈਣਾ ਇਹ ਲੰਗਰ ਨਾ ਖਾਣਾ। ਤੁਸੀਂ ਗੁਰੂ ਘਰ ਦੀ ਸੇਵਾ ਜੇ ਨਹੀਂ ਕਰ ਪਾ ਰਹੇ ਨਾ, ਭਗਤ करे ਤਾਂ ਉਬਰੇ, ਨਹੀਂ ਤਾਂ ਖੀंचे आंत। जे भगती करके
अगर इस लंगर नूं असीं नहीं छक रहे ना, खाली एक रूटीन बना लिया कि चलो जाके बंगला साहब जाइए, मत्था टेकिया लंगर छकिया घर, मत्था टेकिया लंगर छकिया घर, नहीं। गुरु घर विच जाके पहला हत्थी सेवा करिए, घट्टो घट्ट अद्धा घंटा सुनिए कुछ जो उत्थे हो रहा है। राड़े वाले संत कहते सन, भगत करे तां उभरे। अगर भगती करके कोई संगत विच अगर लंगर छकदा है तो ठीक है, नहीं तो खींचे आंत। ये नहीं तो ये वाला लंगर आंत भी खिंच लेगा जे खाली असी इस भावना के नाल जावांगे। ते इस तरह के भी आंदे ने सूंगे भगत, एक आंदे ने पूंगे भगत, पूंगे पंगे वाले। उन्हां दा काम सिर्फ टोकना हुंदा है, उन्हां दा काम सिर्फ टोकना है। वो वेखदे ने आके गुरुद्वारे साहब विच भाई साहब की गलती कड्डणगे, अरदास किवें कर रहे हैं, चोर साहब किवें कीती है, इस बीबी ने शब्द के वजह पढ़िया है। वो बस उन्हां दी बिरती दे अंदर सिर्फ ते सिर्फ नुक्स कढ़ना है। यह देग अज किस तरह बनी है, कोई प्रधान होएगा फिर वो जाके सेवादारां ते चढ़ेगा, नहीं, इस तरह का भगत नहीं। एक चौथी तरह के भगत आते ने, वो ने डूंगे भगत। उन्हां दा मनोरथ पता की हुंदा है, गुरुद्वारे जाना, बड़े निमरता दे नाल, किसे नाल गल नहीं करनी, बड़े सत्कार दे नाल दोनों हाथ जोड़ के दो कर जोड़ करी बेनंती ठाकुर अपना त्याया। फिर जाके बैठ के गुरु की बाणी नूं बड़े ध्यान नाल सुनना, फिर उहदा रस लेना, फिर रस लै लैके ज्यों ज्यों हिरदे विच उसनूं पाई जाएगा, उहदे अंदर एक ऐसा रस आ जाएगा। एक शब्द पढ़ते हो ना तुसी, अनहद। वो अनहद की है? हुण देखो भाई साहब वाजा बजा रहे हैं, हारमोनीयम बजा रहे हैं, तुसी कीर्तन का रस लै रहे हो। तो जदों उन्होंने वाजा बंद करके साइड ते रख दिता, अरदास होईए, तो तुसी उन अरदास विच आ गए। पर एक अनहद नाद ऐसा है, जे तुहानूं वो रस कदी आना शुरू हो गया ना, अरदास करो दास कूकर दी भी अपनी भी, कि वो अनहद एक रस साडे अंदर चलता रहे। मेरी गल दी तवज्जो देना, कीर्तन का भोग उत्थे जरूर पै गया, वाजे जरूर बंद हो गए ने, पर जिहड़ा सरूर है डूंगाई वाला, वो मेरे घर आन तक मेरे अंदर बिना वाजियां तो बिना साजां तो वो अनहद नाद वज रहे ने। वाजे अनहद धूरे पढ़ी दा ना आनंद साहिब विच, उत्थे साज नहीं, उत्थे ते मन की अवस्था, गुरमुख अंतर सहज है मन चढ़िया 10वें आकाश। उत्थे ते फिर ऐसी अवस्था बन जाती है कि रागी सिंह हुण कीर्तन नहीं भी कर रहे, और रस ऐसा अंदर ले लिया वे कि उहदे वाजे अंदर ही वज रहे हैं, एक सार, एक तार विच, एक रस विच। इनू कहंदे ने डूंगे भगत, जिहड़े गहराई विच जांदे ने और वो नाम रूपी अमृत नूं छकदे ने, ते छक के फिर उस दे नाल उस सरूर नूं घर तक लैके आंदे ने, फिर सारा दिन उस रस नूं पींदे ने। ते इत्थे कबीर जी कहंदे ने, जे घर कथा होत हर संतन, एक निमख दा कीनो मैं फेरा। मैं तो उत्थे फेरा पाया ही नहीं, मनु तो उस टाइम कथा भी नहीं चंगी लगती सी, मनु तो कीर्तन भी नहीं चंगा लगता सी। लंपट चोर दूत मतवारे, तिन संग सदा बसेरा। पर मैं पता किनू साथी बनाया होया सी, लंपट विषयां दे नाल लिबड़े होए जिहड़े बंदे सन ना, जिहड़े शराबी सन, जिन्हां दी पी पी के मत मारी हुई सी, मैं उन्हां नाल अपना संग बनाया होया सी। चोरां नाल मेरे अंदर वो चीज़ां मेरे अंदर चल रही सी, ते मैनूं गुरबाणी किस तरह चंगी लगे। गुरबाणी ते तां चंगी लगेगी ना जे इन्हां दे संग साडा बसेरा ना हो। तो कबीर जी कहते हैं, काम क्रोध माया मद मत्सर, ए संपे मोह माही। कहते हैं इहदे विच काम वासना विच, जदों जिन्हों काम वासना होएगी ना, देखो काम दे नाल क्रोध उन्होंने जरूर होएगा।
ਜ਼ਿਆਦਾਤਰ ਕ੍ਰੋਧਿਤ ਬੰਦਿਆਂ ਨੂੰ ਨਾ ਕਾਮ ਵਾਸਨਾ ਖਾਂਦੀ ਹੈ। ਕਾਮ ਕ੍ਰੋਧ ਕਾਇਆ ਕੋ ਗਾਲੇ, ਇਹ ਦੋਨੋਂ ਇਕੱਠੇ ਆਉਂਦੇ ਨੇ ਜ਼ਿਆਦਾ। ਜਿਹਨੂੰ ਕਾਮ ਵਾਸਨਾ ਹੋਏਗੀ ਨਾ, ਜਿਹੜਾ ਹਰ ਵਕਤ ਕਾਮ ਦੇ ਅਧੀਨ ਹੋਏਗਾ, ਉਹਨੂੰ ਕ੍ਰੋਧ ਜ਼ਰੂਰ ਆਏਗਾ ਤੇ ਉਹਦਾ ਸਰੀਰ ਵੀ ਜਲਦੀ ਗਲ ਜਾਏਗਾ, ਉਹ ਸਰੀਰ ਤੋਂ ਵੀ ਬਿਮਾਰੀਆਂ ਵਿੱਚ ਗ੍ਰਸਤ ਹੋ ਜਾਏਗਾ। ਤੇ ਕਬੀਰ ਜੀ ਕਹਿੰਦੇ ਨੇ ਕਾਮ ਕ੍ਰੋਧ ਮਾਇਆ ਮਦ ਮਤਸਰ, ਮਦ ਉਹਦਾ ਹੰਕਾਰ ਵਿੱਚ, ਮਤਸਰ ਈਰਖਾ, ਉਹ ਈਰਖਾ ਦੇ ਵਿੱਚ ਇਹ ਸੰਪੇ ਮੋਹ ਮਾਹੀ, ਇਸੇ ਧਨ ਪਦਾਰਥਾਂ ਦੇ ਵਿੱਚ ਉਹ ਲਿਬੜਿਆ ਰਹਿੰਦਾ ਹੈ। ਦਇਆ ਧਰਮ ਅਰ ਗੁਰ ਕੀ ਸੇਵਾ, ਇਹ ਸੁਪਨੰਤਰ ਨਾਹੀ, ਅੱਛੇ ਕਰਮ ਦਇਆ ਕਰਨੀ ਧਰਮ ਕਮਾਉਣਾ, ਇਹ ਤੇ ਕਦੀ ਸੁਪਨੇ ਵਿੱਚ ਵੀ ਉਹਨਾਂ ਨੇ ਨਹੀਂ ਸੋਚਿਆ। ਭਾਵੇਂ ਅਸੀਂ ਅਪਰਾਧੀ ਹਾਂ ਨਾ, ਦੇਖੋ ਇਹ ਅਪਰਾਧ ਦੀ ਡੈਫੀਨੇਸ਼ਨ ਚੱਲ ਰਹੀ ਹੈ, ਇਹ ਸਾਰਾ ਖੁਲਾਸਾ ਹੋ ਰਿਹਾ ਹੈ ਕਿ ਅਸੀਂ ਕਿਉਂ ਅਪਰਾਧੀ ਹਾਂ। ਜਦੋਂ ਸਾਡਾ ਮਨ, ਮੈਂ ਕਈ ਵਾਰੀ ਅਕਸਰ ਜ਼ਿਕਰ ਕਰਨਾ, ਜਦੋਂ ਸਾਡਾ ਸਤ ਸੰਗਤ ਵਿੱਚ ਮਨ ਨਾ ਲੱਗੇ ਨਾ, ਸਮਝ ਲੈਣਾ, ਮਨੂੰ ਖਿਮਾ ਕਰ ਦੇਣਾ, ਸਾਨੂੰ ਸੱਚਖੰਡ ਵਿੱਚ ਵੀ ਜਗ੍ਹਾ ਨਹੀਂ ਮਿਲਣੀ। ਇੱਥੇ ਮਨ ਲਾਈਏ, ਜਿਹੜਾ ਸਤ ਸੰਗਤ ਵਿੱਚ ਬੈਠਣ ਯੋਗ ਹੋ ਜਾਏਗਾ, ਜਿਹਦਾ ਦਿਲ ਲੱਗ ਜਾਏਗਾ ਨਾ, ਉਹਦਾ ਦਰਗਾਹ ਦੇ ਵਿੱਚ ਵੀ ਦਿਲ ਲੱਗ ਜਾਏਗਾ। ਕਿਉਂਕਿ ਸੱਚਖੰਡ ਵਿੱਚ ਹੋਣਾ ਕੀ ਹੈ, ਉੱਥੇ ਵੀ ਇਹੀਓ ਕੁਛ ਹੋ ਰਿਹਾ ਹੋਏਗਾ। ਗੁਰੂ ਨਾਨਕ ਦਾ ਦਰਬਾਰ ਲੱਗਿਆ ਹੋਏਗਾ, ਸਤਸੰਗੀ ਬੈਠੇ ਹੋਣਗੇ, ਉੱਥੇ ਇੱਥੋਂ ਦੇ ਉਮੀਦਵਾਰ ਚੁਣੇ ਜਾਣੇ ਨੇ। ਜਿਸ ਤਰ੍ਹਾਂ MP ਦਾ ਕੋਈ ਉਮੀਦਵਾਰ ਚੁਣਿਆ ਜਾਂਦਾ ਹੈ ਨਾ, ਤੇ ਪੂਰੇ ਸਟੇਟ ਵਿੱਚੋਂ ਫਿਰ ਉਹ MP ਬਣਦਾ ਹੈ, ਇੱਕ ਪੂਰੀ ਜਗ੍ਹਾ ਤੋਂ, ਸ਼ਹਿਰ ਤੋਂ। ਤੇ ਜਿਹੜੇ ਦਰਗਾਹ ਦੇ ਅੰਦਰ ਜਿਨ੍ਹਾਂ ਨੇ ਉੱਥੇ, ਜਿਨ੍ਹਾਂ ਨੇ ਜਗ੍ਹਾ ਲੈਣੀ ਹੈ, ਸਤਸੰਗ ਵਿੱਚ ਜਗ੍ਹਾ ਬਿਠਾਣੀ ਹੈ, ਉਹਨਾਂ ਨੂੰ ਮਨੂੰ ਖਿਮਾ ਕਰ ਦੇਣਾ, ਉਹ ਇਹ ਸਤ ਸੰਗਤ ਵਿੱਚੋਂ ਉਮੀਦਵਾਰ ਚੁਣੇ ਜਾਣੇ ਨੇ। ਕੋਈ ਜੂਏ ਖਾਨੇ, ਕੋਈ ਸ਼ਰਾਬ ਖਾਨੇ, ਕੋਈ ਮਾੜੀ ਜਗ੍ਹਾ ਤੋਂ ਉਮੀਦਵਾਰ ਨਹੀਂ ਚੁਣੇ ਜਾਣੇ। ਜੇ ਕਿੱਥੇ ਮਨਾ ਸਿੱਖਾ ਤੇਰਾ ਮਨ ਨਹੀਂ ਵੀ ਜੁੜਦਾ ਨਾ, ਤੂੰ ਸਤ ਸੰਗਤ ਵਿੱਚ ਆਉਣਾ ਨਾ ਛੱਡ, ਕਿਉਂਕਿ ਉਹਦੀ ਉਮੀਦਵਾਰੀ ਇੱਥੋਂ ਚੁਣੀ ਜਾਣੀ ਹੈ, ਦਰਗਾਹ ਦੀ। ਜਿਸ ਦਿਨ ਤੇਰਾ ਇੱਥੇ ਮਨ ਲੱਗ ਗਿਆ, ਸੱਚਖੰਡ ਵਿੱਚ ਤੇਰਾ ਵਾਸਾ ਆਪੇ ਹੀ ਹੋ ਜਾਏਗਾ। ਕਿਉਂਕਿ ਸੱਚਖੰਡ ਵਸੇ ਨਿਰੰਕਾਰ, ਉੱਥੇ ਨਿਰੰਕਾਰ ਵਸਦਾ ਹੈ। ਗੁਰੂ ਨਾਨਕ ਪਾਤਸ਼ਾਹ ਬੈਠੇ ਹੋਣਗੇ, ਪਿਆਰ ਵਾਲੀਆਂ ਰੂਹਾਂ ਬੈਠੀਆਂ ਹੋਣਗੀਆਂ, ਕਿਉਂਕਿ ਸਾਡਾ ਇੱਥੇ ਬਹਿਣ, ਸਾਡਾ ਕੰਮ ਹੈ ਸੰਗਤ ਵਿੱਚ ਬਹਿਣਾ, ਜੋੜਨਾ ਕੰਮ ਗੁਰੂ ਦਾ ਹੈ। ਤੇਰਾ ਦਿਲ ਲੱਗੇ, ਤੇਰਾ ਮਨ ਲੱਗੇ ਨਾ ਲੱਗੇ, ਤੂੰ ਆਪਣਾ ਕਰਮ ਕਰੀ ਜਾ, ਤੂੰ ਗੁਰੂ ਦੇ ਦੁਆਰੇ ਬੈਠੀ ਜਾ। ਇੱਕ ਦਿਨ ਸਮਾਂ ਆਏਗਾ ਜਦ ਕਿਰਪਾ ਦੀ ਬਾਰਿਸ਼ ਹੋਏਗੀ, ਤੇਰਾ ਫਿਰ ਮਨ ਵੀ ਲੱਗਣ ਲੱਗ ਪਏਗਾ। ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮਿੱਠਾ। ਜਦੋਂ ਸੰਤਾਂ ਦੇ ਨਾਲ ਸੰਗ ਕਰੇਗਾ ਨਾ, ਗੁਰੂ ਦੇ ਨਾਲ ਸੰਗ ਕਰਦਾ ਰਹੇਗਾ, ਕਰਦਾ ਰਹੇਗਾ, ਕਰਦਾ ਰਹੇਗਾ, ਜਦ ਯੂਜ਼ਡ ਹੋ ਜਾਏਗਾ ਨਾ, ਫਿਰ ਉਹ ਤੇਰੇ ਇੱਕ ਜੀਵਨ ਦਾ ਆਧਾਰ ਬਣ ਜਾਏਗਾ। ਫਿਰ ਤੈਨੂੰ ਕੀ ਹੋਏਗਾ, ਇਹੀ ਨਾਮ ਜਿਹੜਾ ਤੈਨੂੰ ਮਿੱਠਾ ਨਹੀਂ ਲੱਗਦਾ ਸੀ ਨਾ, ਅੱਜ ਤੈਨੂੰ ਮਿੱਠਾ ਲੱਗਣ ਲੱਗ ਪਏਗਾ। ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮਿੱਠਾ। ਉਸ ਵੇਲੇ ਇਹ ਨਾਮ ਤੈਨੂੰ ਮਿੱਠਾ ਲੱਗਣ ਲੱਗ ਪਏਗਾ। ਤੇ ਕਬੀਰ ਜੀ ਕਹਿੰਦੇ ਨੇ ਦਇਆ ਧਰਮ ਅਰ ਗੁਰ ਕੀ ਸੇਵਾ, ਇਹ ਸੁਪਨੰਤਰ ਨਾਹੀ, ਇਹ ਤੇਰੇ ਸੁਪਨੇ ਵਿੱਚ ਵੀ ਕਦੀ ਨਹੀਂ ਆਈ ਕਿ ਅੱਛੇ ਕਰਮ ਕਰਨੇ ਨੇ, ਜੀਆਂ ਤੇ ਦਇਆ ਕਰਨੀ ਹੈ, ਧਰਮ ਕਮਾਉਣਾ ਹੈ। ਇਹ ਕੰਮ ਤੇ ਤੂੰ ਕੀਤੇ ਹੀ ਨਹੀਂ। ਤੇ ਅਖੀਰ ਵਿੱਚ ਕਹਿੰਦੇ ਨੇ ਦੀਨ ਦਿਆਲ ਕਿਰਪਾਲ ਦਮੋਦਰ, ਹੇ ਦੀਨਾਂ ਤੇ ਦਇਆ ਕਰਨ ਵਾਲੇ ਦਿਆਲ ਪ੍ਰਭੂ, ਕਿਰਪਾਲੂ ਕਿਰਪਾ ਕਰਨ ਵਾਲੇ, ਹੇ ਕਿਰਪਾਲ, ਹੇ ਦਮੋਦਰ, ਭਗਤ ਵਛਲ ਪੈ ਹਾਰੀ। ਤੁਸੀਂ ਭਗਤੀ ਨਾਲ ਪਿਆਰ ਕਰਨ ਵਾਲਿਆਂ ਦੇ ਭੈ ਨੂੰ ਹਰਨ ਕਰ ਲੈਂਦੇ ਹੋ, ਉਹਨਾਂ ਦਾ ਡਰ ਮੁਕਾ ਦਿੰਦੇ ਹੋ। ਫਿਰ ਨਹੀਂ ਉਹ ਡਰਦਾ। ਕਿਉਂ ਨਹੀਂ ਡਰਦਾ? ਕਿਉਂਕਿ ਉਹਦੇ ਅੰਦਰੋਂ ਭੈ ਡਰ ਖਤਮ ਹੋ ਜਾਂਦਾ ਹੈ। ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਹੁਣ ਸੋਦਰੀ ਚ ਪੜ੍ਹ ਕੇ ਆਏ ਆ ਨਾ ਕਿ ਜਿਹੜਾ ਨਿਰਭਉ ਦੇ ਨਾਲ ਜੁੜ ਗਿਆ, ਉਹਦੇ ਸਾਰੇ ਭਉ ਆਪੇ ਹੀ ਮੁੜ ਕੇ। ਨਿਰਭਉ ਜਪੈ ਸਗਲ ਭਉ ਮਿਟੈ। ਤਾਂ ਅਖੀਰ ਵਿੱਚ ਕਹਿੰਦੇ ਨੇ ਕਹਿਤ ਕਬੀਰ, ਕਬੀਰ ਸਾਹਿਬ ਕੀ ਮੋਹਰ ਲਾ ਕੇ ਕਹਿ ਰਹੇ ਨੇ, ਪੀਰ ਜਨ ਰੱਖੋ ਹਰ ਸੇਵਾ ਕਰੋ ਤੁਮਾਰੀ। ਮੈਨੂੰ ਵੀ ਇਸ ਬਿਪਤਾ ਤੋਂ ਰੱਖ ਲਓ,
मैं तुहाडी शरण विच आया वां, मैं तुहाडी सेवा करदा रवां। बस मनु नहीं पता, मैं तुहाडी जो शरण आवे तिस कंठ लावे, ये बिद स्वामी संधा। तुसी मनु इन्ना पता है, जे तुहाडी कोई शरण विच आ जाएगा, तुसी शरण आयां दी लाज रख दिंदे हो। प्रभ की शरण सगल भै लाथे, दुख बिनसे सुख पाया। दयाल हुआ पावन स्वामी, पूरा सतगुर ते आया। ਜਦੋਂ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਕੇ ਅਸੀਂ ਢਹਿ ਢੇਰੀ ਹੋ ਜਾਵਾਂਗੇ, ਕਵਾਂਗੇ ਮੇਲ ਲਿਓ ਦਿਆਲ ਢਹਿ ਭਏ ਦੁਆਰਿਆ। ਜਦ ਅਸੀਂ ਇਹ ਕਵਾਂਗੇ ਕਿ ਅਸੀਂ ਹੁਣ ਤੇਰੇ ਦਰ ਤੇ ਆ ਕੇ ਢਹਿ ਪਏ ਹਾਂ, ਤੇ ਸਤਿਗੁਰੂ ਆਪੇ ਬਖਸ਼ਿਸ਼ ਕਰਨਗੇ। ਤੋ ਇਸ ਕਰਕੇ ਕਬੀਰ ਸਾਹਿਬ ਕਹਿੰਦੇ ਨੇ, ਇਸ ਭੀੜ ਤੋਂ, ਇਸ ਮੁਸੀਬਤ ਤੋਂ ਮੈਨੂੰ ਰੱਖ ਲਓ। ਮੈਨੂੰ ਇਹ ਪੰਜੇ ਬੜੇ ਤੰਗ ਕਰਦੇ ਪਏ ਨੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦਿਨ ਰਾਤ ਮੇਰੇ ਨਾਲ ਚਮੜੇ ਹੋਏ ਨੇ। ਮੇਰੇ ਤੇ ਕਿਰਪਾ ਕਰੋ, ਮੈਨੂੰ ਸਤ ਸੰਗਤ ਦਾ ਵਾਸਾ ਬਖਸ਼ੋ। ਮੈਂ ਉੱਥੇ ਆ ਕੇ ਆਪਣੇ ਮਨ ਦੀ ਪੀੜਾ ਨੂੰ ਤੁਹਾਡੇ ਅੱਗੇ ਰੱਖਾਂ, ਤੇ ਤੁਸੀਂ ਇਸ ਭੀੜਾ ਤੋਂ, ਇਸ ਮੁਸੀਬਤ ਤੋਂ ਤੁਸੀਂ ਮੈਨੂੰ ਬਚਾ ਲਓ। ਕਿਉਂਕਿ ਇੱਕ ਗੁਰੂ ਹੀ ਐਸਾ ਸੰਗਤ ਜੋ ਸਾਨੂੰ ਵਿਕਾਰਾਂ ਤੋਂ ਮੁਕਤੀ ਦਵਾ ਸਕਦਾ ਹੈ। ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਾਟੇ। ਗੁਰੂ ਦਾ ਸਿੱਖ ਜਦੋਂ ਸਿੱਖ ਦੇ ਬੰਧਨ ਕੱਟ ਦਿੰਦਾ ਨਾ ਗੁਰੂ, ਤੇ ਉਸ ਵੇਲੇ ਫਿਰ ਵਿਕਾਰ ਤੋਂ ਆਪੇ ਹੀ ਹਟਾ ਲੈਂਦਾ ਹੈ। ਸਤਿਗੁਰ ਸਿੱਖਾ ਹਲਤ ਪਲਤ ਸਵਾਰੇ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ। ਉਹ ਆਪਣੇ ਜੀ ਦੇ ਨਾਲ, ਆਪਣੇ ਗਲ ਦੇ ਨਾਲ ਲਾ ਲੈਂਦਾ ਹੈ, ਤੇ ਉਹਦੀ ਫਿਰ ਸਦਾ ਹੀ ਉਹਨੂੰ ਫਿਰ ਨਾਲ ਲਾ ਕੇ ਫਿਰ ਉਹਨੂੰ ਹਲਤ ਤੇ ਪਲਤ ਦੇ ਸੁੱਖ ਉਹਨੂੰ ਦੇ ਦਿੰਦਾ ਹੈ। ਤੋ ਕਬੀਰ ਸਾਹਿਬ ਅੱਜ ਕਹਿੰਦੇ ਨੇ, ਜਿਹੜੇ ਨਾਮ ਨਹੀਂ ਜਪਦੇ ਭਾਈ, ਜਿਹੜੇ ਹਰ ਕਾ ਸਿਮਰਨ ਛਾੜ ਕੇ ਪਾਲਿਓ ਬਹੁਤ ਕੁਟੰਬ, ਧੰਦਾ ਕਰਤਾ ਰਹਿ ਗਿਆ ਭਾਈ ਰਿਹਾ ਨਾ ਬੰਦ। ਖਾਲੀ ਧੰਦੇ ਕਰਦੇ ਨਾ ਰਹਿ ਜੀਏ, ਪਾਰ ਆਪਣੇ ਪਰਿਵਾਰਾਂ ਨੂੰ ਨਾ ਪਾਲਦੇ ਰਹਿ ਜੀਏ। ਇਹ ਵੀ ਕੰਮ ਕਰੋ, ਕਿਤੇ ਹਰੀ ਦੇ ਸਿਮਰਨ ਨੂੰ ਛੱਡ ਕੇ ਨਹੀਂ, ਸਿਮਰਨ ਵੀ ਕਰੋ। ਜਿੱਥੇ ਆਪਣੀਆਂ ਡਿਊਟੀਆਂ ਕਰਦੇ ਹੋ, ਆਪਣੇ ਘਰ ਦੀਆਂ ਸਾਰੀ ਜ਼ਿੰਮੇਵਾਰੀਆਂ ਨਿਭਾਉਂਦੇ ਹੋ, ਰਿਸ਼ਤੇਦਾਰੀਆਂ ਨਿਭਾਉਂਦੇ ਹੋ, ਆਪਣੀ ਸਾਰੇ ਬੱਚਿਆਂ ਨੂੰ ਪੜ੍ਹਾਉਣ ਦਾ ਵੀ ਸਾਰੇ ਉਪਰਾਲੇ ਕਰਦੇ ਹੋ, ਤੇ ਇੱਕ ਗੱਲ ਇਹ ਵੀ ਯਾਦ ਰੱਖ ਲੈਣਾ ਕਿ ਪਰਮਾਤਮਾ ਦੀ ਬੰਦਗੀ ਵੀ ਕਰਨਾ ਸਾਡਾ ਇੱਕ ਮੁੱਢਲਾ ਫਰਜ਼ ਹੈ। ਤੋ ਜਿਹੜਾ ਫਰਜ਼ ਨੂੰ ਨਿਭਾਉਂਦਾ ਹੈ, ਉਹ ਫਿਰ ਇਸ ਨਾਨਕ ਸਤਿਗੁਰ ਭੇਟੀਏ ਪੂਰੀ ਹੋਵੇ ਜੁਗਤ, ਹਸੰਦਿਆਂ ਖਨੰਦਿਆਂ ਪਹਿਨੰਦਿਆਂ ਖਵੰਦਿਆਂ। ਮਾਰੇ ਕਹਿੰਦੇ ਨੇ ਵਿੱਚੇ ਹੋਵੇ ਮੁਕਤ। ਉਹ ਫਿਰ ਦੁਨੀਆ ਦੇ ਵਿੱਚ ਵਿਚਰਦੇ ਹੋਏ ਵੀ ਹੱਸਦੇ ਖੇਡਦੇ ਪ੍ਰਭੂ ਨੂੰ ਯਾਦ ਕਰਦੇ ਕਰਦੇ ਇਸ ਸੰਸਾਰ ਵਿੱਚੋਂ ਮੁਕਤ ਹੋ ਕੇ ਜਾਂਦੇ ਨੇ। ਸੋ ਸਤਿਗੁਰ ਦੀਨ ਦਿਆਲ ਬਖਸ਼ਿਸ਼ ਕਰਨ, ਅਸੀਂ ਅਪਰਾਧੀ ਵਾਲੀ ਸ਼੍ਰੇਣੀ ਵਿੱਚ ਨਾ ਆਈਏ। ਅਸੀਂ ਪਰਮਾਤਮਾ ਦੀ ਉਸ ਦਾਤ ਨੂੰ, ਆਪਣੇ ਸਰੀਰ ਨੂੰ, ਪ੍ਰਾਣਾਂ ਨੂੰ ਦੇਖ ਕੇ ਉਹਨੂੰ ਹਰ ਵੇਲੇ ਯਾਦ ਕਰੀਏ। ਪਤਾ ਨਹੀਂ ਕਦੋਂ ਇਹ ਪ੍ਰਾਣ ਪਖੇਰੂ ਇਸ ਦੇਹ ਵਿੱਚੋਂ ਨਿਕਲ ਜਾਣੇ ਨੇ, ਤੇ ਅਸੀਂ ਇੱਕ ਮਿੱਟੀ ਦੇ ਢੇਰੀ, ਇੱਕ ਬੁੱਤ ਬਣ ਕੇ ਰਹਿ ਜਾਣਾ ਹੈ, ਜਿਹਦਾ ਕੋਈ ਮੁੱਲ ਨਹੀਂ ਪੈਣਾ। ਜਦ ਤੱਕ ਇਸ ਦੇਹ ਅੰਦਰ ਰੱਬ ਬੈਠਾ ਹੈ, ਉਸ ਵੇਲੇ ਤੱਕ ਭਾਈ ਜਪ ਲੈ ਸਤਨਾਮ ਸ੍ਰੀ ਵਾਹਿਗੁਰੂ। ਜਿੰਨਾ ਜਪ ਸਕਣਾ ਸਤਨਾਮ ਸ੍ਰੀ ਵਾਹਿਗੁਰੂ, ਉਤਨਾ ਘੱਟ ਹੈ। ਮਹਾਰਾਜ ਕਹਿੰਦੇ ਨੇ ਕਿ ਜਦੋਂ ਤੱਕ ਕਰ ਬੰਦੇ ਤੂੰ ਬੰਦਗੀ, ਜਿਚਰ ਘਟ ਮੇ ਸਾਹ। ਜਿੰਨਾ ਚਿਰ ਤੇਰੇ ਅੰਦਰ ਸਾਹ ਹੈ ਨਾ, ਉਹਨਾਂ ਚਿਰ ਉਹਦੀ ਬੰਦਗੀ ਕਰ। ਜੇ ਬੰਦਗੀ ਨਹੀਂ ਕਰਦਾ ਤੇ ਸਮਝ ਲੈ ਇਹ ਜ਼ਿੰਦਗੀ ਗੰਦਗੀ ਹੈ। ਔਰ ਜਦੋਂ ਤੂੰ ਇਸ ਗੰਦਗੀ ਦੇ ਅੰਦਰ ਬੰਦਗੀ ਪਾ ਦੇਂਗਾ, ਇਹ ਜ਼ਿੰਦਗੀ ਤੇਰੀ ਫਿਰ ਬੰਦਗੀ ਬਣ ਜਾਏਗੀ। ਤੋ ਮਹਾਰਾਜ ਕਿਰਪਾ ਕਰਨ, ਸਾਨੂੰ ਇਸ ਕਬੀਰ ਸਾਹਿਬ ਦੇ ਸ਼ਲੋਕ ਤੋਂ ਅੱਜ ਸੇਧ ਲਈਏ ਕਿ ਸਤਿਗੁਰੂ ਸਾਨੂੰ ਉਸ ਅਪਰਾਧ ਦੀ ਸ਼੍ਰੇਣੀ ਤੋਂ ਹਟਾ ਕੇ ਸਾਨੂੰ ਸ਼ੁਕਰਾਨੇ ਵਾਲੇ ਜ਼ਿੰਦਗੀ ਜੀਣ ਦਾ ਇੱਕ ਜੀਵਨ ਜਾਚ ਦੱਸੋ। ਅਸੀਂ ਉਸ ਸਹਾਰੇ ਰੋਜ਼ ਸੰਗਤ ਕਰੀਏ, ਰੋਜ਼ ਅਸੀਂ ਕੋਈ ਨਾ ਕੋਈ ਗੁਣ ਅਡਾਪਟ ਕਰਕੇ ਜਿੱਥੇ ਚੰਗੇ ਗੁਣ ਲੈਣੇ ਨੇ ਉੱਥੇ ਮਾੜੇ ਗੁਣਾਂ ਨੂੰ ਤਿਆਗ ਕਰਦੇ ਜਾਈਏ। ਇਤਨੀ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਬੇਅੰਤ ਭੁੱਲਾਂ ਗਲਤੀਆਂ ਹੋਈਆਂ ਨੇ, ਖਿਮਾ ਕਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।